तुसीं क्लोज हो जाओ जां इधर हो जाओ, दिख जूगा बोर्ड, तुहानूं दिखना चाहिए। फतेह बुलाओ जी इकरम। वाहिगुरू जी का खालसा वाहिगुरू जी की फतेह। वैसे जिहड़ा गुरबाणी ग्रामर का विशा वा वो आपां तकरीबन 2 क्लासां लाइयां, जिन्हां ने तुहाडे विचों क्लास नहीं वेखी यूट्यूब के उत्ते मैं पाती, वो तुसीं वेख सकदे हो। ये जिहड़ा विशा वा ना ये थोड़ा जिहा डिफिकल्ट इदां वा कि तुसीं स्कूलों दे विच इंग्लिश के टेंस वगैरह जरूर पढ़े होणगे, खास करके बच्चों ने। तो पंजाबी की भी एक अपनी ग्रामर आ जिहड़ी आपां पढ़दे आ, नाम पड़नाम उहनूं कहने आ, जिहदे बारे आपां पिछलियां 2 क्लासां दे विच गलबात कीती आ। जिहड़ी गुरबाणी की ग्रामर आ एक बिल्कुल वखरी आ, पर शुरुआत इहदी भी पंजाबी तो ही होनी आ। जिहड़ी पंजाबी की ग्रामर आ उतों ही आपां नूं गुरबाणी की ग्रामर समझ लगनी आ। जे मैं गल कर लगा सी भी विशा जिहड़ा ये थोड़ा जिहा कॉम्पलीकेटड आ, बट जिवें हुंदा ना कई चीज़ां दा बंदे नूं स्वाद आउण लग पैंदा, सो ये विशा इदां दा वा कि जे इहदा स्वाद आउण लग पवे तो फिर जो बंदा बाणी पढ़दा वा उदों इंटरस्ट पैदा हो जांदा भी इत्थे औंकड़ क्यों आया जां इत्थे सिहारी क्यों आई हुई है। क्योंकि नॉर्मल जो आपां पढ़ के लंघदे फिर तो आपां पढ़ ही जाने। पिछलियां 2 क्लासां दे विच पहिलां आपां गल कीती भी क्यों जरूरी आ, फिर आपां गल कीती कि औंकड़ आउण दा की कारण आ, जिहड़ा थल्ले औंकड़ आया उहदा रीजन की आ। अज आपां गलबात करांगे एक तो मुगते बारे, दूजा सिहारी बारे। इहदे बारे आपां संखेप ही गल करनी आ। फिर तुसीं सारे जाने तुहानूं पोथियां दित्तियां जाणगीआं जां गुड़का साहब दित्ते जाणगे। मैं पाठ करूँगा, तुसीं सुणिओ, तुसीं करोगे तो मैं सुणूंगा। फिर आपां गुरबाणी की जिहड़ी प्रॉपर संथਿਆ जिन्हों आपां कहने आ वो आपां जिहड़ी आ वो शुरू कर देनी अगले ऐतवार तो। सो सब तो पहलां आपां मुगते की संखेप जी गल कर लैंदे आ। मुगता किहनूं कहिंदे आ? मुगता कहा जांदा वा जिन्हों कोई मात्रा ना होवे। नानक आया, ठीक है जी, ये मुगता गुरु ग्रंथ साहब की बाणी दे विच आउंदा। इहनूं कोई मात्रा नहीं हैगी, वेखो ना औंकड़ हैगा ना इहनूं सिहारी हैगी आ। हुण जदों भी ये मुगता शब्द आउंदा वा, ਇਹਦਾ ਜਿਹੜਾ अर्थ ਜਦੋਂ ਇਹਨੂੰ ਆਪਾਂ ਕਰਦੇ ਆ ਉਦੋਂ ਬਣ ਜਾਂਦਾ ਵਾ ਜਿਵੇਂ ਕੋਈ ਬੰਦਾ ਆਪਣੇ ਆਪ ਨੂੰ ਇਹ ਗੱਲ ਕਹਿ ਰਿਹਾ ਹੋਵੇ ਵੀ ਹੇ ਨਾਨਕ। ਜੇ ਮੰਨ ਲਓ ਆਪਾਂ ਕਿਸੇ ਨੂੰ ਆਵਾਜ਼ ਮਾਰਦੇ ਆ ਨਾ, ਇਹਨੂੰ ਕਹਿੰਦੇ ਸੰਬੋਧਨ ਕਰਨਾ ਕਿਸੇ ਨੂੰ, ਠੀਕ ਹੈ ਜੀ। ਇਹਦੇ ਅਰਥ ਆਪਣੇ ਆਪ ਹੀ ਕੀ ਬਣ ਜਾਂਦੇ ਆ, ਹੇ ਨਾਨਕ, ਠੀਕ ਹੈ ਜੀ। ਇੱਕ ਮੁਕਤੇ ਦਾ ਜਿਹੜਾ ਰੀਜ਼ਨ ਆ ਉਹ ਕੀ ਆ, ਪਲੂਰਲ ਤੇ ਸਿੰਗੂਲਰ ਦੀ ਗੱਲ ਨਹੀਂ ਹੋ ਰਹੀ ਇੱਥੇ, ਜ਼ਿਆਦੇ ਭਗਤਾਂ ਰਹੀ ਆ। ਜੇ ਇਹਨੂੰ ਔਂਕੜ ਲੱਗ ਜਾਵੇ ਤਾਂ ਇੱਕ ਭਗਤ ਦੀ ਗੱਲ, ਠੀਕ ਹੈ ਜੀ। ਜੇ ਇਹਨੂੰ ਸਿਹਾਰੀ ਲੱਗ ਜਾਵੇ ਫਿਰ ਕੀ ਆ, ਭਗਤੀ ਦੀ ਗੱਲ। ਇੱਕ ਆ ਸੰਬੰਧਕੀ ਤੇ ਇੱਕ ਆ ਲੁਪਤ ਸੰਬੰਧਕੀ। ਸੰਬੰਧਕੀ ਕਿਹਨੂੰ ਕਹਿੰਦੇ ਆ? 2 ਸ਼ਬਦਾਂ ਦਾ ਸੰਬੰਧ ਜੋੜਨ ਵਾਲੇ ਨੂੰ ਸੰਬੰਧਕੀ ਕਿਹਾ ਜਾਂਦਾ ਹੈ। ਜਿਵੇਂ ਮੰਨ ਲਓ ਮੈਂ ਕਹਾਂ ਪੈਨ ਡੈਸ਼ਬੋਰਡ, ਇਹ ਕੋਈ ਗੱਲ ਨਹੀਂ ਬਣੂਗੀ। ਪਰ ਮੈਂ ਕਹਾਂ ਪੈਨ ਤੇ ਡੈਸ਼ਬੋਰਡ, ਜਿਹੜਾ ਵਿੱਚ ਤੇ ਆ ਗਿਆ ਸ਼ਬਦ ਉਹ ਕੀ ਹੋ ਗਿਆ, ਸੰਬੰਧਕੀ। ਸਮਝ ਲੱਗੀ, ਠੀਕ ਹੈ ਜੀ। ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਤਰ੍ਹਾਂ ਦੇ ਸੰਬੰਧਕੀ ਸ਼ਬਦ ਵਰਤੇ ਗਏ ਆ। ਪਹਿਲਾ ਸੰਬੰਧਕੀ ਆ ਜਿਹੜਾ ਤੁਹਾਨੂੰ ਦਿਸ ਰਿਹਾ, ਜਿਵੇਂ ਮੰਨ ਲਓ ਲਿਖ ਦਿੱਤਾ ਨਾਨਕ ਕਾ, ਤੁਹਾਨੂੰ ਪਤਾ ਲੱਗ ਗਿਆ ਵੀ ਕਾ ਸ਼ਬਦ ਕੀ ਆ, ਸੰਬੰਧਕੀ, ਠੀਕ ਹੈ ਜੀ। ਹੁਣ ਇਹ ਸੰਬੰਧਕੀ ਆਉਣ ਕਰਕੇ ਇਹਦੇ ਅਰਥ ਆਪਾਂ ਇਹ ਨਹੀਂ ਕਰ ਸਕਦੇ, ਹੇ ਨਾਨਕ ਨਹੀਂ ਕਰ ਸਕਦੇ, ਠੀਕ ਹੈ। ਕਿਉਂਕਿ ਬੇਸਿਕਲੀ ਇੱਥੇ ਔਂਕੜ ਆਉਣਾ ਸੀ, ਠੀਕ ਹੈ ਜੀ। ਇੱਥੇ ਕੀ ਆਉਣਾ ਸੀ, ਔਂਕੜ ਆਉਣਾ ਸੀ। ਪਰ ਅੱਗੇ ਕਾ ਆਉਣ ਕਰਕੇ ਇਹ ਸੰਬੰਧਕੀ, ਇਹ ਜਿਹੜਾ ਔਂਕੜ ਹੈ ਮਿਟ ਗਿਆ ਇੱਥੋਂ, ਠੀਕ ਹੈ ਜੀ। ਪਤਾ ਲੱਗ ਰਿਹਾ ਕਿ ਨਹੀਂ ਜੀ? ਮਤਲਬ ਵੈਸੇ ਹੁਣ ਜਿਵੇਂ ਇੱਥੇ ਮੈਂ ਤੁਹਾਨੂੰ ਕਰਾਤਾ ਵੀ ਹੇ ਨਾਨਕ, ਇੱਥੇ ਨਹੀਂ ਤੁਸੀਂ ਕਰ ਸਕਦੇ ਕਿਉਂਕਿ ਅੱਗੇ ਕੀ ਲੱਗਾ ਹੋਇਆ, ਕਾ। ਕਾ ਆਉਣ ਕਰਕੇ ਇਹਦਾ ਔਂਕੜ ਲੱਥ ਗਿਆ ਵਾ, ਠੀਕ ਹੈ। ਵੈਸੇ ਸੰਬੰਧਕੀ ਉਹ ਚੋਰ ਆ, ਫਿਰ ਇਹਦੇ ਅੱਗੇ ਹੋਇਆ ਇਹਨੇ ਉਹਦਾ ਔਂਕੜ ਖਾ ਜਾਣਾ, ਠੀਕ ਹੈ। ਜੇ ਮੰਨ ਲਓ ਤੁਸੀਂ ਕਿਹਾ ਨਾਨਕ ਕੀ ਬੇਨੰਤੀ, ਕੀ ਆ ਗਿਆ ਨਾ, ਨਾਨਕ ਦਾ ਔਂਕੜ ਉਹਨੇ ਖਾ ਲਿਆ, ਠੀਕ ਹੈ ਜੀ। ਦੂਜਾ ਮੈਂ ਗੱਲ ਕਰ ਰਿਹਾ ਇੱਕ ਆ ਲੁਪਤ ਸੰਬੰਧਕੀ। ਲੁਪਤ ਕਿਹਨੂੰ ਕਹਿੰਦੇ ਨੇ? ਲੁਕਿਆ ਹੋਇਆ, ਜਿਹੜਾ ਆਪਾਂ ਨੂੰ ਦਿਸਦਾ ਨਹੀਂ ਪਰ ਹੈਗਾ ਵਾ,
ਉਹਨੇ ਵੀ ਨਾਨਕ ਨੂੰ ਮੁਕਤਾ ਕਰ ਦੇਣਾ, ਉਹਨੇ ਵੀ ਇਹਦਾ ਔਂਕੜ ਖਾ ਜਾਣਾ। ਠੀਕ ਹੈ। ਹੁਣ ਲਓ ਜੀ, ਹਾਂਜੀ ਕੋਈ ਕਰੂਗਾ? ਇੱਕ ਜਣਾ ਕੋਈ ਬੋਲੇ। ਆ ਪਹਿਲਾ ਕੀ ਹੈ ਜੀ? ਦੂਜਾ, ਤੀਜਾ, ਤੁਹਾਨੂੰ ਪਤਾ ਲੱਗ ਗਿਆ ਅਸਲ 'ਚ ਹੁਣ। ਠੀਕ ਹੈ। ਇਹਨੂੰ ਆਪਾਂ ਕੀ ਪੜ੍ਹਦੇ ਨੇ? ਇਹੋ ਕਹਿ ਦਿੰਦੇ ਔਂਕੜ ਨਹੀਂ ਪੜ੍ਹਨਾ, ਸਿਹਾਰੀ ਨਹੀਂ ਪੜ੍ਹਨੀ, ਇਹਦਾ ਸ਼ੁੱਧ ਉਚਾਰਨ ਇਹ ਆ ਬਸ। ਠੀਕ ਹੈ। ਪਰ ਆ ਜਿਹੜਾ ਇਹ ਆ ਔਂਕੜ ਵਾਲਾ, ਇਹਦਾ ਮਤਲਬ ਆ ਇੱਕ ਵਚਨ ਪੁਲਿੰਗ। ਜੇ ਮੈਂ ਕਿਹਾ ਸੀ ਨਾ ਪਹਿਲਾਂ ਇੱਕ ਵਚਨ ਪੁਲਿੰਗ। ਜਿਹੜਾ ਸਿਹਾਰੀ ਵਾਲਾ ਵਾ ਉਹ ਈੜੀ ਲਾਵਾਂ ਤੇ ਹਾਹੇ ਸਿਹਾਰੀ, ਇਹ ਆ ਬਹੁ ਵਚਨ ਪੜਨਾਮ। ਮਤਲਬ ਸਿਹਾਰੀ ਕੀ ਆ? ਬਹੁ ਵਚਨ ਦਾ ਪ੍ਰਤੀਕ ਤੇ ਨਾਲ ਪੜਨਾਮ। ਪੜਨਾਮ ਕਿਹਨੂੰ ਕਹਿੰਦੇ ਆ? ਜਿਹੜਾ ਸ਼ਬਦ ਨਾਮ ਦੀ ਜਗ੍ਹਾ ਤੇ ਵਰਤਿਆ ਜਾਵੇ ਉਹਨੂੰ ਪੜਨਾਮ ਕਹਿਣਾ ਹੈ। ਜੇ ਮੰਨ ਲਓ ਤੁਸੀਂ ਮੇਰਾ ਨਾਮ ਲਿਆ ਗੁਰਸ਼ਰਨ ਸਿੰਘ, ਠੀਕ ਹੈ। ਹੁਣ ਜਦੋਂ ਬੰਦਾ ਕੋਈ ਆਰਟੀਕਲ ਲਿਖਦਾ, ਜੇ ਤੁਸੀਂ ਆਰਟੀਕਲ ਪੜ੍ਹਦੇ ਹੋਵੋ ਤੇ ਇੱਕ ਵਾਰ ਉਹਦਾ ਨਾਂ ਲਿਖ ਕੇ ਸ਼ੁਰੂ ਕਰ ਲਿਆ, ਪਰ ਬਾਅਦ ਵਿੱਚ ਫਿਰ ਉਹਦਾ ਨਾਂ ਨਹੀਂ ਲਿਖਦੇ, ਫਿਰ ਉਹਦੀ ਜਗ੍ਹਾ ਕੀ ਸ਼ਬਦ ਵਰਤਿਆ? ਇਹ, ਉਹ, ਇੱਥੇ, ਇੱਦਾਂ ਦੇ ਸ਼ਬਦ ਵਰਤੇ ਨਾ। ਸੋ ਜਿਹੜਾ ਵੀ ਨਾਮ ਦੀ ਜਗ੍ਹਾ ਤੇ ਸ਼ਬਦ ਵਰਤਿਆ ਜਾਂਦਾ ਉਹਨੂੰ ਕੀ ਕਹਿੰਦੇ ਆ? ਪੜਨਾਮ। ਸੋ ਜਿਹੜਾ ਆ ਹਾਹੇ ਨੂੰ ਸਿਹਾਰੀ ਆ, ਈੜੀ ਲਾਵਾਂ ਹਾਹੇ ਨੂੰ ਸਿਹਾਰੀ, ਇਹਨੂੰ ਵੀ ਇਹ ਪੜ੍ਹ ਦਿੰਦੇ ਕਈ, ਇਹਨੂੰ ਇਹੋ ਪੜ੍ਹ ਦਿੰਦੇ ਆ, ਉਹਨੂੰ ਤਾਂ ਚਲੋ ਇਹ ਹੀ ਪੜ੍ਹਦੇ ਆ। ਠੀਕ ਹੈ, ਕਿਉਂਕਿ ਉਹਦੇ ਨਾਲ ਕੋਈ ਮਾਤਰਾ ਨਹੀਂ ਲੱਗੀ ਹੋਈ। ਸੋ ਆ ਜਿਹੜਾ ਸ਼ਬਦ ਆ, ਇਹਦੇ ਬਾਰੇ ਮੈਂ ਇੱਕ ਪ੍ਰਮਾਣ ਤੁਹਾਡੇ ਨਾਲ ਸਾਂਝਾ ਕਰ ਦੇਣਾ। ਇਹ ਸੱਜਣ ਮਿਲੇ ਨਾ ਵਿਛੜੇ। ਠੀਕ ਹੈ। ਸੋ ਇਹ ਕੀ ਹੋ ਗਿਆ? ਬਹੁ ਵਚਨ ਹੋ ਗਿਆ, ਕਿਉਂਕਿ ਕਈ ਸੱਜਣਾਂ ਦੀ ਇੱਥੇ ਗੱਲ ਚੱਲ ਰਹੀ ਆ, ਤੇ ਪੜਨਾਮ ਆ, ਯਾਨੀ ਨਾਮ ਦੀ ਥਾਂ ਤੇ ਇਹ ਸ਼ਬਦ ਵਰਤਿਆ ਗਿਆ। ਸੋ ਇਹਦਾ ਇੰਨਾ ਹੀ ਆ ਬਸ। ਤਾਂ ਜਿਹਨੂੰ ਨਹੀਂ ਲੱਗਦੀ ਉਹਦੇ ਬਾਰੇ ਵੀ ਆਪਾਂ ਪਹਿਲਾਂ ਕਿਹਾ ਕਿ ਉਹ ਕੀ ਹੋ ਜਾਂਦਾ? ਇਸਤਰੀ ਲਿੰਗ ਹੋ ਜਾਂਦਾ। ਠੀਕ ਹੈ ਜੀ। ਇਸਤਰੀ ਲਿੰਗ ਹੋ ਗਿਆ, ਇੱਕ ਵਚਨ ਇਸਤਰੀ ਲਿੰਗ। ਜਿਵੇਂ ਇਹ ਸਮੱਤ ਗੁਰੂ ਤੇ ਪਾਈ, ਸਮੱਤ ਹੁੰਦੀ ਕਿ ਹੁੰਦਾ? ਹੁੰਦੀ ਆ ਨਾ। ਉਹ ਸ਼ਬਦ ਜਿਹੜਾ ਮੁਕਤਾ ਉਹ ਉਹਦੇ ਲਈ ਆ ਗਿਆ। ਆ ਦੋ ਸ਼ਬਦ ਆ ਬਿਲਕੁਲ ਸੇਮ ਆ, ਆ ਦੋ ਸ਼ਬਦ ਬਿਲਕੁਲ ਸੇਮ ਆ ਨਾ ਜੀ। ਕਾਮਨ ਟੂਣੇ ਨੂੰ ਵੀ ਕਹਿੰਦੇ ਆ। ਟੂਣੇ ਕਰਦੇ ਨਾ ਲੋਕੀ। ਆ ਸਵੇਰੇ ਸਵੇਰੇ ਕਈ ਵਾਰ ਬਾਬਾ ਜੀ ਦੇ ਕਹਿਣ ਤੇ ਜਾਂ ਕਿਸੇ ਪੀਰ ਦੇ ਕਹਿਣ ਤੇ ਥੋੜਾ ਜਿਹਾ ਨਾਰੀਅਲ ਕੋਈ ਸਮਾਨ ਰੱਖ ਕੇ ਆਉਂਦੇ ਚੌਂਕਾਂ ਦੇ ਵਿੱਚ, ਟੂਣਾ ਕਰਦੇ ਨਾ। ਟੂਣਾ ਜਾਦੂ ਟੂਣੇ ਆ ਉਹ ਟੂਣੇ ਲਈ ਵੀ ਕਾਮਨ ਸ਼ਬਦ ਵਰਤਿਆ ਗਿਆ। ਤੇ ਕਾਮਨ ਔਰਤ ਨੂੰ ਵੀ ਕਹਿੰਦੇ ਆ। ਹਾਂਜੀ, ਇਹਦੇ ਲਈ ਫਿਰ ਕੋਈ ਤੇ ਫਰਕ ਰੱਖਿਆ ਹੀ ਹੋ ਨਾ ਗੁਰੂ ਸਾਹਿਬ ਨੇ, ਵੀ ਕਿੱਥੋਂ ਤੁਹਾਨੂੰ ਪਤਾ ਲੱਗੇ ਵੀ ਇਹਦਾ ਮਤਲਬ ਔਰਤ ਆ ਤੇ ਇਹਦਾ ਮਤਲਬ ਟੂਣਾ। ਠੀਕ ਹੈ। ਔਰਤ ਲਈ ਫਰਕ ਰੱਖਿਆ, ਉਹ ਸਿਹਾਰੀ ਲਾਈ ਹੋਈ ਆ। ਇਸਤਰੀ ਲਿੰਗ ਲਈ ਉਹਨਾਂ ਨੇ ਸਿਹਾਰੀ ਲਾਈ ਹੋਈ ਆ। ਹੁਣ ਆਜੋ ਵਾਪਸ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ, ਜਦੋਂ ਨਾਨਕ ਦੇ ਕੱਕੇ ਨੂੰ ਸਿਹਾਰੀ ਲੱਗੀ ਹੋਊਗੀ ਉਹਦਾ ਮਤਲਬ ਇਸਤਰੀ ਲਿੰਗ ਨਹੀਂ ਹੈਗਾ। ਉਹ ਭੰਡਾਰਨ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ 'ਚ। ਭੰਡਾਰਨ, ਭੰਡਾਰਨ ਪੜ੍ਹਦੇ ਜੋ ਨਾ ਰੋਜ਼। ਭੰਡਾਰਨ ਦੇ ਨਾਣੇ ਨੂੰ ਸਿਹਾਰੀ ਲੱਗੀ ਹੋਈ ਆ, ਇਹਦਾ ਮਤਲਬ ਉਹ ਸ਼ਬਦ ਇਸਤਰੀ ਲਿੰਗ ਆ। ਠੀਕ ਹੈ। ਫਿਰ ਅੱਗੇ ਪੜੋਸਣ ਸਿਹਾਰੀ ਲੱਗੀ ਹੋਊਗੀ। ਪੜੋਸਣ ਹੁੰਦੀ ਆ ਨਾ ਗਵਾਂਢਣ, ਜਿਹਨੂੰ ਆਪਾਂ ਕਹਿੰਦੇ ਆ। ਪਾੜ ਪੜੋਸਣ ਪੂਛ ਲੈ ਨਾਮਾ ਕਾ ਪਹਿਚਾਨ ਸ਼ਵਾਈ ਹੋ। ਠੀਕ ਹੈ। ਹੋਰ ਸ਼ਬਦ ਐਰਣ, ਐਰਣ ਮੱਤ ਵੇਦ ਹਥਿਆਰ। ਐਰਣ, ਐਰਣ ਦੇ ਨਾਣੇ ਨੂੰ ਵੀ ਸਿਹਾਰੀ ਲੱਗੀ ਹੋਈ ਹੈ। ਠੀਕ ਹੈ। ਫਿਰ ਪਰਦੇਸਣ, ਪਰਦੇਸਣ ਨੂੰ ਵੀ ਸਿਹਾਰੀ ਲੱਗੀ ਹੋਈ ਆ। ਠੀਕ ਹੈ। ਗੀਹਨ, ਘਰ ਕੀ ਗੀਹਨ ਚੰਗੀ, ਗੀਹਨ ਨੂੰ ਵੀ ਸਿਹਾਰੀ ਲੱਗੀ ਹੋਈ ਹੈ। ਸੋ ਇਹ ਸਾਰੇ ਸ਼ਬਦ। ਅੱਗੇ ਕੁਝ ਸ਼ਬਦ ਜਿਹੜੇ ਆ ਨਾ ਇਹ ਦੂਜੀਆਂ ਲੈਂਗੁਏਜ ਦੇ ਵਿੱਚੋਂ ਆਏ ਆ। ਜਿਵੇਂ ਮੈਂ ਪੜ੍ਹ ਦਿੰਦਾ, ਚਲੋ ਸੌਖਾ ਜਿਹਾ। ਫਾਰਸੀ ਦਾ ਸ਼ਬਦ ਆ ਅਕਲ। ਅਕਲ ਫਾਰਸੀ ਦਾ ਸ਼ਬਦ ਆ, ਉਹਦੇ ਲੱਲੇ ਨੂੰ ਸਿਹਾਰੀ ਲੱਗੀ ਹੋਈ ਆ। ਠੀਕ ਹੈ। ਇੱਲਤ, ਇੱਲਤ ਕਾ ਨਾਮ ਚੌਧਰੀ, ਇੱਲਤ ਨੂੰ ਵੀ ਸਿਹਾਰੀ ਲੱਗੀ ਹੋਈ ਆ। ਸ਼ਾਬਾਸ਼, ਉਹਨੂੰ ਵੀ ਸਿਹਾਰੀ ਲੱਗੀ ਹੋਈ ਆ। ਸਲਾਮਤ, ਤੂੰ ਸਦਾ ਸਲਾਮਤ ਨਿਰੰਕਾਰ, ਉਹਨੂੰ ਸਿਹਾਰੀ ਲੱਗਣੀ, ਕਿਉਂਕਿ ਉਹ ਸ਼ਬਦ ਦੂਜੀ ਲੈਂਗੁਏਜ ਦੇ ਵਿੱਚੋਂ ਆਇਆ। ਕੁਦਰਤ, ਕੁਦਰਤ ਨੂੰ ਵੀ ਸਿਹਾਰੀ ਲੱਗੀ ਹੋਈ ਆ। ਸੰਸਕ੍ਰਿਤ ਦੇ ਸ਼ਬਦ ਪੜ੍ਹ ਦੇਣਾ, ਸ੍ਰਿਸ਼ਟ, ਇਹਨੂੰ ਸਿਹਾਰੀ ਲੱਗੀ ਹੋਈ ਆ, ਦੂਜੀ ਭਾਸ਼ਾ ਦੇ ਵਿੱਚੋਂ ਆਏ। ਠੀਕ ਹੈ ਜੀ। ਫਿਰ ਸੰਗਤ, ਤੱਤੇ ਨੂੰ ਸਿਹਾਰੀ ਲੱਗੀ ਹੁੰਦੀ ਆ।
क्योंकि दूजी भाषा दे विचों आया। अगे सुच, सुच नूं भी सिहारी लगी। सिद्ध, सिद्ध नूं भी सिहारी लगी। जुगत, जुगत नूं भी सिहारी लगी। ठीक है, हाँ जी, अगे चलिए जी। एक संख्यावाचक शब्द होंगे। संख्या का मतलब गिणती होंगी ना। संख्या किनू कहते आ? गिणती नूं। संख्यावाचक शब्द इदां आउंदे आ, दद्दे औंकड़ ईड़ी सिहारी, सिहारी दे नाल आउंदे आ। ठीक है, दोए, दो, फिर इदां ही चार, चिच्चे कन्ना रारे सिहारी। संख्यावाचक शब्द काहदे नाल आउंदे? जिवें तीन सेर का दिहाड़ी मेहमान, तीन तत्ता बिहारी नन्ने नूं सिहारी। ਜਿਹੜਾ भी संख्यावाचक शब्द होगा ना, दो, तीन, चार, ये सारे काहदे नाल आउणगे? सिहारी नाल। ये चेता रख लो। ठीक है जी। तो जे वो सिहारी नाल नहीं आए तो इसदा मतलब उत्थे गिणती की गल नहीं चल रही। मैं उदाहरण दे देना सौखी जी। एक ये आ चार जी, तो ये आ चार, दोवें शब्द की आ। हुण तुहानूं किवें पता लगा भी एक जगह ते 1 2 3 4 की गल हो रही आ ते एक हो रहा गावे को गुण वडियाइयां? उत्थे चार का मतलब चार वडियाइयां गाउणियां चाहीदियां? चार वडियाइयां गाउणियां चाहीदियां जी? नहीं, उत्थे चार का मतलब सुंदर। चार का मतलब की आ? पर तुहानूं नखेड़ा किवें होवे भी इत्थे सुंदर लई आ, इत्थे 1 2 3 4 चार लई आ, उहदी निशानी की आ? सिहारी। गल पता लग गया जी? गल पता लग गई जी सच? हाँ जी। अच्छा, होर वेखो, कई कोट होए पुजारी, कोट नूं भी सिहारी लगी हुई आ क्योंकि उत्थे करोड़ां। मैं उदाहरण देना, लो जी, फर्क वेखो हुण। दोवें की आ? की आ की आ? तुहानूं किवें पता लगा भी एक जगह करोड़ां की गल चल रही है तो एक जगह किले की गल चल रही है? लंका सा कोट, समुंद सी खाई। उत्थे कोट का मतलब की आ? करोड़ां नहीं, उत्थे कोट का मतलब आ किला। किवें पता लगा? आ सिहारी ने तुहानूं दस दिता भी इत्थे करोड़ां की गल आ या उत्थे किले की गल आ। जे औंकड़ ना लगा होगा फिर ज़्यादा किलियां की गल आ, फिर एक दी नहीं हैगी, ज़्यादियां दी आ। ठीक है जी। एक ध्यान च रखना, हुण एक थोड़ा जिहा कानून वखरा हो जाता। जिहड़ा लाख शब्द आऊगा ना, लाख, उहनूं कदी भी सिहारी नहीं आउणी, उहनूं हमेशा औंकड़ आउणा। भावें वो संख्यावाचक आ पर उहनूं सिहारी नहीं आउणी। गल इन्नी आ, लाख नूं छड्ड के दो, चार, तीन सारे की आ? सिहारी नाल। करोड़ सिहारी नाल। कोट जिन्हों आप करोड़ कहने वो भी सिहारी नाल। लख वो औंकड़ नाल आउणा। बस आ इहदा समझण वाली गल। संख्यावाचक आ हुणे आपां गल कर संख्या। एक संख्या निश्चित हुंदी आ। निश्चित का मतलब श्योर, जिवें आपां कहने, मान लो भी तुहाडे कोल मैं पुछां किन्ने पैसे आ, ठीक है, तुसीं आखो जी भाई साहब मेरे को 5 रुपये आ, मैं कहूँगा श्योर, तुसीं आखोगे आ वेखो बिल्कुल श्योर आ। हुण जे तुहानूं पता ना होवे, जिन्हों तुसीं श्योर ना होवे भी तुहाडे कोल किन्ने पैसे आ, फिर उहनूं आपां की कहने आ? अनिश्चित। भी मैनूं नहीं पता मेरे कोल किन्ने पैसे आ। जे ते 4 होणगे जां 5 होणगे फिर तो वो तो हो गए निश्चित, जिवें 2 4 निश्चित हो गए। एक हुंदे आ जिन्हां दे बारे तुहानूं पता नहीं। ठीक है, अनिश्चित नूं आपां किवें वेखने आ भला? अनिश्चित नूं आपां वेखने आ कई। मतलब मैनूं की पता किन्ने का? कई। हुण कई किन्ने हो सकते आ? मैं फलानी जगह गया, उत्थे कई बंदे खलोते हुए सी, कई किन्ने? ਇਹਦਾ मतलब अनिश्चित आ, तुसीं दस नहीं सकते। तुसीं गए किते, तुसीं आख्या उत्थे 4 जाने सी, क्लास लगी उस 15 जाने सी, निश्चित करते ना तुसीं 15। एक हो गया अनिश्चित, मतलब क्लास लगी, मैं यो ही कह सकता बड़ी संगत सी उत्थे, कई जने ही उत्थे भाऊ। ठीक है जी, उन्होंने आपां की कहने अनिश्चित। हुण जिहड़ी संख्या अनिश्चित हुंदी आ ना, जिवें आ वा 1,
ठीक है जी। इत्थे एक जिहड़ा वा ये अनिश्चित आ, इत्थे एक किवें वरतेगा अनिश्चित, पता नहीं किन्ने। एक घर आवें अपने, एक मिल मिल पुछे सुख, एक मिल मिल के सुख पुछदे आ। किन्ने जाने पुछदे आ? एक नहीं पुछदा, एक दा मतलब बहुत जाने। सो जिहड़े इदां दे शब्द आ उन्हां नूं भी सिहारी लगी हुंदी आ, ठीक है जी। फिर हिक नहीं लद्दिया, हिक हिक एक नूं ही कहिंदे हिक, हिक नहीं लद्दिया हिक लद गए। आपां कहने कई मर गए ते कई मर रहे आ। हुण कई किन्ने मर रहे आ? 2 जने, 4 जने, 6 जने? नहीं, हिक नहीं दा मतलब कई। हिक नहीं लद्दिया, एक ते समान वध के तुर पे। हिक नहीं लद्दिया हिक लद गए, हिक चले गए, कई चले गए। इन्हां अखरां नूं भी हमेशा की आउंदी आ? सिहारी आउंदी आ, ठीक है। सिहारी दी कई रूपां विच गुरु ग्रंथ साहिब दे अंदर वरतों कीती गई। थोड़ा जिहा अगे मैं पढ़ाऊंगा तो फिर तुहानूं ये क्लीयर होगी गल। सिहारी दी वरतों संबंधकी रूप विच 2 शब्द आ गए, ठीक है जी। एक आ संग ते दूजा भी संग, ठीक है। आ जिहड़े संग नूं सिहारी लगी है ना, ਇਹਦਾ ਤੁਸੀਂ मतलब ये समझना भी ये जिहड़ा शब्द आ ये आ संबंधकी रूप दे विच। बड़ा सीधा हो गया। एक शब्द संग दे अर्थ बन जाते नाल, जिवें मैं ओ मेरे नाल खलोता, नाल विच की आ गया? ओ नाल आ मेरे, इदां समझ लो ओ नाल आ मेरे, नाल की आ गया? संबंधकी। आ जिहड़े संग नूं सिहारी लग गई ये की आ? संबंधकी। भरिए मत पापां कै संग, अर्थ करू कोई जना इहदा? भरिए मत पापां कै की अर्थ बनया इहदा? बड़ा सीधा जिहा वा। मत जिहड़ी आ वो किहदे नाल भरी गई? पापां दे नाल। संग दा मतलब की बन गया? नाल। नाल की हुंदा? संबंधकी। तुसीं चैक कर लिओ जाके, उत्थे संग दे गग्गे नूं सिहारी लगी हुई है, ठीक है। बाणी विचों आपां होर पढ़ लईने। आ पढ़ियो प्रमाण, भै विच पवन, ठीक है। ये आसा की वार विच तुसीं पढ़ दिओ। भै विच सूरज, भै विच चंद, ये भी आउंदा ना प्रमाण। हुण इत्थे विच दा मतलब की आ? इत्थे आ संबंधकी, ठीक है। पर एक पासे मैं लिख देना विच कल्ला, ਇਹਦਾ मतलब आ विचोला। मतलब एक सिहारी ने तुहानूं ये दस दिता कि ਇਹਦਾ मतलब विचोला नहीं बन सकता, ठीक है। जिवें विच ना कोई कर सकै, विचोलगी नहीं कोई कर सकता। उत्थे भी शब्द विच आया, भै विच, इत्थे भी शब्द की आ? विच। गुरु ग्रंथ साहिब दे विच जिहड़े संबंधकी शब्द आ वो सारे सिहारी नाल लिखे गए आ। होर शब्द मैं रख दिना सौखा जिहा, ये सिहारी अगे मूर्ख है नाल ना लुझिए, नाल दे लल्ले नूं सिहारी लगी होऊगी। तो धन्नवाद तुहाडा सारिआं दा। भुल्लां चुक्कां दी खिमा। हुण सोदर दा तकरीबन टाइम होने वाला। वाहिगुरू जी का खालसा, वाहिगुरू जी की फतेह।